हेलो एवरीवन, वेरी गुड इवनिंग टू ऑल। वेलकम टू सक्सैस डी पंजाब। सफलता ਦੇ ਰੂਪ ਵਿੱਚ ਤੁਹਾਡਾ ਸਾਰਾ ਦਾ ਸਵਾਗਤ ਹੈ। ਮੇਰਾ ਨਾਮ ਹੈ ਜਸਕਰਨ ਸਿੰਘ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਜਿਹੜੀ ਅੱਜ ਦੀ ਸੀਰੀਜ਼ ਹੈ ਇਹਦਾ ਜਿਹੜਾ ਮੇਨ ਮਹੱਤਵ ਕੀ ਹੈ, ਜਿਹੜੇ ਆਪਾਂ ਪੂਰੇ ਹਫਤੇ ਦੇ ਕਰੰਟ ਅਫੇਅਰ ਕੀਤੇ ਹੈ ਉਹਨਾਂ ਸਾਰਿਆਂ ਦਾ ਵੇਰਵਾ ਲੈ ਲਈਏ, ਉਹਨਾਂ ਦੇ MCQ ਦੇਖ ਲਈਏ ਅਤੇ ਆਪਣੀ ਰਿਵੀਜ਼ਨ ਪੱਕੀ ਕਰ ਲਈਏ। ਕਿਉਂਕਿ ਆਉਣ ਵਾਲੇ ਐਗਜ਼ਾਮ ਦੀ ਗੱਲ ਕਰੀਏ ਤਾਂ PSSB ਦਾ ਕਲਰਕ ਆ ਰਿਹਾ, ਵੀਡੀਓ ਆ ਰਿਹਾ, ਐਕਸਾਈਜ਼ ਇੰਸਪੈਕਟਰ ਆ ਰਿਹਾ ਅਤੇ PPSC ਦੇ ਸੀਨੀਅਰ ਅਸਿਸਟੈਂਟ ਦੇ ਐਗਜ਼ਾਮ ਆਉਣੇ। ਇਸ ਤੋਂ ਸਿਵਾ ਅਗਰ ਪੰਜਾਬ ਪੁਲਿਸ ਦੀ ਗੱਲ ਕਰੀਏ ਤਾਂ ਕਾਂਸਟੇਬਲ ਅਤੇ ਆਪਣੇ ਹੈੱਡ ਕਾਂਸਟੇਬਲ ਅਤੇ ਸਬ ਇੰਸਪੈਕਟਰ ਅਤੇ ਉਸ ਤੋਂ ਸਿਵਾ ਪਟਵਾਰੀ ਦੇ ਵੀ ਐਗਜ਼ਾਮ ਹਜੇ ਲਾਈਨਾਂ ਦੇ ਵਿੱਚ ਨੇ। ਠੀਕ ਹੈ, ਤਾਂ ਆਪਣੀ ਤਿਆਰੀ ਇਸ ਤਰੀਕੇ ਨਾਲ ਬਣਾ ਕੇ ਰੱਖੋ ਵੀ ਹੁਣ ਵਾਲੇ ਕਰੰਟ ਅਫੇਅਰ ਨੂੰ ਅੱਗੇ ਜਾ ਕੇ ਜ਼ਿਆਦਾ ਮਤਲਬ ਤੰਗ ਨਾ ਕਰਨੇ ਪੈਣੇ ਇਹ ਤੁਹਾਨੂੰ। ਚਲੋ ਜੀ ਸਟਾਰਟਿੰਗ ਕਰਦੇ ਅਤੇ ਦੇਖਦੇ ਹਾਂ ਅੱਜ ਦਾ ਸਭ ਤੋਂ ਪਹਿਲਾ ਕੁਐਸਚਨ। ਵਿਚ ਇੰਡੀਅਨ ਲੈਂਗੁਏਜ ਹੈਜ਼ ਬੀਨ ਰੀਸੈਂਟਲੀ ਅਨਾਊਂਸਡ ਬਾਈ ਆਸਟ੍ਰੇਲੀਆ ਟੂ ਇਨਕਲੂਡਡ ਇਨ ਦੀ ਕਰਿਕੂਲਮ ਆਫ ਪਬਲਿਕ ਸਕੂਲ। ਇਹਨਾਂ ਵਿੱਚੋਂ ਕਿਹੜੀ ਲੈਂਗੁਏਜ ਹੈ ਜਿਹੜੀ ਆਸਟ੍ਰੇਲੀਆ ਦੀ ਗੌਰਮੈਂਟ ਵੱਲੋਂ ਜਾਂ ਆਸਟ੍ਰੇਲੀਆ ਦੇ ਜਿਹੜਾ ਮਤਲਬ ਐਜੂਕੇਸ਼ਨ ਸਿਸਟਮ ਹੈ ਉਹਨਾਂ ਵੱਲੋਂ ਅਨਾਊਂਸ ਕੀਤੀ ਗਈ ਹੈ ਵੀ ਉਹਨੂੰ ਆਸਟ੍ਰੇਲੀਆ ਦੇ ਵਿੱਚ ਜਿਹੜੇ ਵੀ ਕਰਿਕੂਲਮ ਜਾਂ ਪਬਲਿਕ ਸਕੂਲ ਨੇ ਉਹਨਾਂ ਦੇ ਵਿੱਚ ਰੱਖਿਆ ਜਾਊਗਾ। ਕਿਹਦੀ ਗੱਲ ਕਰ ਰਿਹਾ? ਪੰਜਾਬੀ ਲੈਂਗੁਏਜ ਦੀ। ਕਿਹਦੀ ਗੱਲ ਕਰ ਰਿਹਾ? ਪੰਜਾਬੀ ਲੈਂਗੁਏਜ ਦੀ। ਕੀ ਪੰਜਾਬੀ ਲੈਂਗੁਏਜ ਇਕਲੌਤੀ ਹੈ ਜੀ ਲੈਂਗੁਏਜ ਹੈ ਜਿਹੜੀ ਉਸ ਕਰਿਕੂਲਮ ਦੇ ਵਿੱਚ ਐਡ ਹੋਈ ਹੈ, ਜਾਂ ਇਸ ਤੋਂ ਪਹਿਲਾਂ ਵੀ ਕੁਛ ਇਹੋ ਜਿਹੀਆਂ ਇੰਡੀਅਨ ਲੈਂਗੁਏਜ ਨੇ ਜਿਹੜੀਆਂ ਉੱਥੇ ਐਡਿਡ ਨੇ? ਹਾਂਜੀ, ਤਾਂ ਇਹੋ ਜਿਹੀਆਂ ਕੁਛ ਲੈਂਗੁਏਜ ਨੇ ਜਿਹੜੀਆਂ 2019 ਅਤੇ 2020 ਦੇ ਵਿੱਚ ਜਿਹੜੀਆਂ 2021 ਦੇ ਵਿੱਚ ਐਡ ਹੋਈਆਂ ਸੀ। ਜਿਹੜੀਆਂ 2021 ਦੇ ਵਿੱਚ ਐਡ ਹੋਈਆਂ ਸੀ ਉਹਦੇ ਵਿੱਚ ਆਪਣੇ ਕੋਲ ਕਿਹੜੀ ਆ ਜਾਂਦੀ ਹੈ? ਹਿੰਦੀ, ਤਮਿਲ, ਇਹ ਦੋ ਇੰਡੀਅਨ ਲੈਂਗੁਏਜ ਨੇ ਅਤੇ ਇਸ ਤੋਂ ਸਿਵਾ ਸਾਊਥ ਕੋਰੀਅਨ ਲੈਂਗੁਏਜ ਵੀ ਉਦੋਂ ਐਡ ਹੋਈ ਸੀ 2021 ਦੇ ਵਿੱਚ। What is the title of Prince Harry's Britain release his memoir? ਇੱਕ ਮੈਮੋਰ ਰਿਲੀਜ਼ ਕੀਤੀ ਹੈ ਪ੍ਰਿੰਸ ਹੈਰੀ ਵੱਲੋਂ। ਉਹਦੇ ਟਾਈਟਲ ਦੀ ਗੱਲ ਕਰੀਏ, ਸਿੰਪਲ ਕੁਐਸਚਨ, ਤਾਂ ਆਪਣੇ ਕੋਲ ਕੀ ਆ ਜਾਊਗਾ? ਸਪੇਅਰ। ਕੀ ਆ ਜਾਊਗਾ? ਸਪੇਅਰ, ਜਿਹਦੇ ਵਿੱਚ ਇਹਨਾਂ ਨੇ ਆਪਣੀ ਲਾਈਫ ਦੇ ਵਿੱਚ ਜਿਹੜੀਆਂ ਉਹਨਾਂ ਦੀ ਕੁਛ ਸਟੋਰੀਆਂ ਹੋਈਆਂ ਸੀ ਜਾਂ ਕੁਛ ਕਹਾਣੀਆਂ ਸੀ ਉਹਨਾਂ ਬਾਰੇ ਦੱਸਿਆ ਹੋਇਆ। Which country has approved the use of vaccine for bees for the first time in the world? bees ਲਈ ਇੱਕ ਵੈਕਸੀਨ ਬਣਾਈ ਗਈ ਹੈ ਜਿਹਨੂੰ ਅਪਰੂਵਲ ਦਿੱਤੀ ਹੈ। ਉਹ ਅਪਰੂਵਲ ਕਿਹੜੀ ਕੰਟਰੀ ਨੇ ਦਿੱਤੀ ਹੈ? ਤਾਂ ਉਹਦੇ ਵਿੱਚ ਕੀ ਆ ਜਾਊਗਾ? ਅਮਰੀਕਾ ਦੇ। ਉਹ ਬੀਜ਼ ਦੀ ਜਿਹੜੀ ਵੈਕਸੀਨ ਸੀ ਉਹਦੇ ਪਿੱਛੇ ਰੀਜ਼ਨ ਕੀ ਸੀਗਾ? ਜਿਹੜੀ ਬੀਜ਼ ਦੀ ਹਾਈਵ ਹੁੰਦੀ ਹੈ ਜਿਹਨੂੰ ਬੀ ਹਾਈਵ ਵੀ ਕਹਿੰਦੇ ਆ, ਤਾਂ ਉਹਦਾ ਜਿਹੜਾ 1/4 ਹਿੱਸਾ ਜਾਂ 1/3 ਹਿੱਸਾ ਨਾ ਉਹ ਮਤਲਬ ਨਾ ਇੱਕ ਬਿਮਾਰੀ ਕਰਕੇ ਖਤਮ ਹੋ ਜਾਂਦਾ ਸੀ। ਠੀਕ ਹੈ, ਇੱਥੇ ਇਹ ਬਿਮਾਰੀ ਕਾਫੀ ਦੇਰ ਤੋਂ ਫੈਲੀ ਸੀ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਫੈਲੀ ਹੀ ਜਾ ਰਹੀ ਸੀ, ਕੰਟਰੋਲ ਨਹੀਂ ਹੋ ਰਹੀ ਸੀ, ਜਿਹਦੇ ਕਰਕੇ ਅਮਰੀਕਾ ਦੇ ਵਿੱਚ ਕਾਫੀ ਦਿੱਕਤ ਆ ਰਹੀਆਂ ਸੀ। ਤਾਂ ਐਟ ਲਾਸਟ ਮਤਲਬ ਇੱਕ ਵੈਕਸੀਨ ਆਈ ਹੈ ਜਿਹੜੀ ਕੁਛ ਚੇਂਜਿਸ ਲੈ ਕੇ ਆਊਗੀ। ਹਾਊ ਮਚ ਡਿਸਟੈਂਸ ਵਿਲ ਬੀ ਕਵਰਡ ਫਰੋਮ ਵਾਰਾਣਸੀ ਟੂ ਦਬੁਰਗੜ ਬਾਈ ਦੀ ਰੀਸੈਂਟਲੀ ਲਾਂਚ ਦੀ ਵਰਲਡਸ ਲਾਰਜੈਸਟ ਰਿਵਰ ਕਰੂਜ਼? ਕਿਹੜੀ? MV ਗੰਗਾ ਵਿਲਾਸ। ਕਿਹੜੀ? MV ਗੰਗਾ ਵਿਲਾਸ ਦੀ ਆਪਾਂ ਗੱਲ ਕਰਦੇ ਹਾਂ। ਇਹਦੀ ਅਗਰ ਗੱਲ ਕਰੀਏ ਤਾਂ ਇਹ ਕਰੂਜ਼ ਹੈ ਜਿਹੜਾ ਕਿੱਥੋਂ ਚੱਲੂਗਾ? ਵਾਰਾਣਸੀ UP ਤੋਂ ਚੱਲ ਕੇ ਅਸਾਮ ਦਾ ਦੇਬੂਰਗੜ੍ਹ ਤੇ ਜਾਣਗੇ। ਠੀਕ ਹੈ, ਕਿੰਨਾ ਡਿਸਟੈਂਸ ਕਵਰ ਕਰਨਾ ਨੇ? 3200 ਕਿਲੋਮੀਟਰ। ਕਿੰਨੀ ਜਗ੍ਹਾ 'ਤੇ ਜਾਣਾ ਹੈ? 50 ਲੋਕੇਸ਼ਨ ਕਵਰ ਦੇਖਣਗੇ। 50 ਲੋਕੇਸ਼ਨ ਦੇ ਵਿੱਚੋਂ ਜਿਹੜੇ 40 ਨੇ ਉਹ ਤਾਂ ਹੈਰੀਟੇਜ ਸਾਈਟ ਹੀ ਨੇ ਜਿਹੜੇ ਕਵਰ ਕਰਨਗੇ। ਤਾਂ ਇਹਦੇ ਵਿੱਚ ਜਿਵੇਂ ਨੈਸ਼ਨਲ ਪਾਰਕ ਹੋ ਗਏ, ਰਿਵਰਸ ਹੋ ਗਏ, ਠੀਕ ਹੈ, ਕੁਛ ਐਨੀਮਲਸ ਹੋ ਗਏ ਜਾਂ ਕੁਛ ਹੋਰ ਜਿਹੜੇ ਹੈਰੀਟੇਜ ਸਾਈਟ ਹੈ ਜਿਹੜੀਆਂ ਬਹੁਤ ਇੰਪੋਰਟੈਂਟ ਆ ਉਹਦੇ ਵਿੱਚ ਵਿਜ਼ਿਟ ਹੋਣਗੀਆਂ। 3200 ਹੋ ਗਿਆ, ਇਹ ਹੋ ਗਿਆ। ਤਾਂ 50 ਦਿਨ ਦਾ ਸਫ਼ਰ ਹੈ। ਠੀਕ ਹੈ, 50 ਦਿਨ ਲੱਗਣਗੇ ਅਤੇ ਵਾਪਸੀ ਇਹਦੀ ਬੁੱਕ ਕਦੋਂ ਹੋਣੀ ਹੈ? ਮਾਰਚ ਦੇ ਮਹੀਨੇ ਵਿੱਚ ਇਸ ਕਰੂਜ਼ ਦੀ ਜਿਹੜੀ ਵਾਪਸੀ ਹੋਊਗੀ। ਵੇਅਰ ਇਜ਼ ਇੰਡੀਆਜ਼ ਬਿਗੈਸਟ ਟੂਰਨਾਮੈਂਟ ਰਨ ਫੈਸਟੀਵਲ ਸਾਰੰਗ 2022 ਬੀਂਗ ਔਰਗਨਾਈਜ਼? ਸਾਰੰਗ ਕਿੱਥੇ ਔਰਗਨਾਈਜ਼ ਹੋਇਆ ਸੀ? IIT ਮਦਰਾਸ ਦੇ ਵਿੱਚ ਔਰਗਨਾਈਜ਼ ਹੋਇਆ ਸੀ ਸਾਰੰਗ। ਠੀਕ ਹੈ, ਇਹ ਸੈਕਿੰਡ ਓਲਡੈਸਟ ਦੇ ਵਿੱਚੋਂ ਹੈ ਇਹ ਫੈਸਟੀਵਲ। ਇੰਡੀਆ ਦਾ ਸੈਕਿੰਡ ਓਲਡੈਸਟ ਫੈਸਟੀਵਲ ਦੇ ਵਿੱਚੋਂ ਹੈ ਸਾਰੰਗ। ਇਹ ਹਾਂ, ਸਾਰੰਗ ਦੇ ਵਿੱਚ ਇੱਕ ਕੁਐਸਚਨ ਇਹ ਵੀ ਬਣ ਸਕਦਾ ਹੈ, ਸਾਰੰਗ ਦਾ ਜਿਹੜਾ ਨੇਮ ਹੈ ਇਹਦਾ ਨਾਮ ਕਿੱਥੋਂ ਪਿਆ ਸੀ? ਇਹਦੇ ਨਾਮ ਦੀ ਗੱਲ ਕਰੀਏ ਤਾਂ ਜਿਹੜੇ ਸਪੋਰਟਡ ਡੀਅਰ ਨਹੀਂ ਹੁੰਦੇ, ਸਪੋਰਟਡ ਡੀਅਰ ਦੀ ਗੱਲ ਕਰੀਏ ਤਾਂ ਉਹਨੂੰ ਸਾਰੰਗ ਕਹਿੰਦੇ ਸੀ, ਉਹਨਾਂ ਦੇ ਨਾਮ 'ਤੇ ਇਹਦਾ ਨਾਮ ਰੱਖਿਆ ਗਿਆ ਸੀ।
Which state has recently enacted a law to provide 30% horizontal reservation for women in the government job? ਇਹਨਾਂ ਦੇ ਵਿੱਚੋਂ ਕਿਹੜਾ ਹੈ ਜਾਂ ਰਾਜ ਹੈ ਜਿਹਨੇ 30% ਤੱਕ ਕਿੰਨੀ 30% ਤੱਕ ਜਿਹੜੀ ਵੂਮੈਨਸ ਦੀ ਜੋਬ ਸੀ ਗਵਰਨਮੈਂਟ ਸੈਕਟਰ ਦੇ ਵਿੱਚ ਉਹ ਕੀ ਕਰਦੀ ਹੈ ਰਿਜ਼ਰਵ ਕਰਦੀ ਹੈ। ਤਾਂ ਉਸ ਸੈਕਟਰ ਦੀ ਗੱਲ ਕਰੀਏ ਆਪਣੇ ਕੋਲ ਕਿਹੜਾ ਆ ਜਾਊਗਾ ਉੱਤਰਾਖੰਡ। ਓਕੇ। Who has recently released Sanjeev Sanyas book titled Revolutionaries, the other story of how India won its freedom? ਕਿਹਦੇ ਦੁਆਰਾ ਰਿਲੀਜ਼ ਕੀਤੀ ਗਈ, ਕਿਹਦੇ ਦੁਆਰਾ ਬੁੱਕ ਰਿਲੀਜ਼ ਕੀਤੀ ਗਈ ਜਾਂ ਲਾਂਚ ਕੀਤੀ ਗਈ? ਤਾਂ ਆਪਣੇ ਕੋਲ ਕੀ ਆ ਜਾਊਗਾ ਜਿਹੜੀ ਇਹ ਬੁੱਕ ਲਾਂਚ ਕੀਤੀ ਗਈ ਹੈ ਅਮਿਤ ਸ਼ਾਹ ਜੀ ਵੱਲੋਂ ਕੀਤੀ ਗਈ ਸੀਗੀ। ਠੀਕ ਹੈ, ਜਿਹਦੇ ਵਿੱਚ ਇੰਡੀਆ ਦੇ ਵਿੱਚ ਜਿਵੇਂ ਇੰਡੀਪੈਂਡੈਂਸ ਟਾਈਮ 'ਤੇ ਜਿਹੜੀਆਂ ਕੁਛ ਕਹਾਣੀਆਂ ਸੀਗੀਆਂ ਜਿਹੜੀਆਂ ਹਜੇ ਤੱਕ ਬਾਹਰ ਨਹੀਂ ਆਈਆਂ ਉਹਨਾਂ ਬਾਰੇ ਗੱਲ ਕੀਤੀ ਹੋਈ ਹੈ। Which edition of the World Report 2023 has been released recently by Human Rights Watch? Human Rights Watch ਦੀ ਗੱਲ ਕਰੀਏ ਇਸ ਸਾਲ ਇੱਕ ਉਹਨਾਂ ਦਾ ਐਡੀਸ਼ਨ ਆਇਆ ਸੀ। ਕਿੰਨਵਾਂ ਐਡੀਸ਼ਨ ਸੀ? 33rd ਐਡੀਸ਼ਨ ਸੀ। ਇਸ ਐਡੀਸ਼ਨ ਦੇ ਵਿੱਚ ਜੋ ਮੈਕਸਿਮਮ ਗੱਲਾਂ ਹੋਈਆਂ ਸੀ ਉਹ ਇਹ ਹੋਈਆਂ ਸੀਗੀਆਂ ਵੀ ਇੰਡੀਆ ਕਿਸ ਤਰੀਕੇ ਨਾਲ ਜਿਹੜੀ ਇੰਡੀਆ ਦੀ ਕਰੰਟ ਗੌਰਮੈਂਟ ਹੈ, ਸੈਂਟਰ ਗੌਰਮੈਂਟ ਹੈ, ਉਹ ਕਿਸ ਤਰੀਕੇ ਨਾਲ ਵਾਇਲੈਂਸ ਦਾ ਯੂਜ਼ ਕਰ ਰਹੀ ਹੈ, ਡਿਸਕ੍ਰਿਮੀਨੇਸ਼ਨ ਕਰ ਰਹੀ ਹੈ ਬਹੁਤ ਸਾਰੇ, ਅਤੇ ਮੀਡੀਆ ਅਤੇ ਜਿਹੜੇ ਐਕਟਿਵਿਸਟ ਨੇ ਉਹਨਾਂ ਨੂੰ ਕੰਟਰੋਲ ਕਰ ਰਹੀ ਹੈ ਅਤੇ ਬਹੁਤ ਹੀ ਹੱਦ ਦੇ ਵਿੱਚ ਜਾ ਰਹੀ ਹੈ। ਠੀਕ ਹੈ, ਇਹ ਜੀ ਕੁਛ ਘਟਨਾਵਾਂ ਤਾਂ ਨਹੀਂ ਕਹੂੰਗਾ ਲੇਕਿਨ ਇਹ ਜਿਹੀ ਕੁਛ ਗੱਲਾਂ ਕਹੀਆਂ ਗਈਆਂ ਇਸ ਰਿਪੋਰਟ ਦੇ ਵਿੱਚ ਜੋ ਸੈਂਟਰ ਗੌਰਮੈਂਟ ਦੇ ਅਗੇਂਸਟ ਆ। ਲੇਕਿਨ ਕੁਛ ਗੱਲਾਂ ਉਹਨਾਂ ਨੇ ਸੁਪਰੀਮ ਕੋਰਟ ਬਾਰੇ ਵੀ ਕਹੀਆਂ ਸੀਗੀਆਂ ਜਿਹੜੀਆਂ ਉਹਨਾਂ ਨੇ ਕਹੀਆਂ ਸੀ ਵੀ ਸੁਪਰੀਮ ਕੋਰਟ ਨੇ ਕੁਛ ਇੰਟਰਸਟਿੰਗ ਸਟੈਪ ਵੀ ਲਿੱਤੇ ਹੈ ਲੇਕਿਨ ਸਟਿਲ ਹਜੇ ਇਹੋ ਜਿਹੇ ਸਟੈਪ ਲੈਣੇ ਸੁਪਰੀਮ ਕੋਰਟ ਨੂੰ ਵੀ ਬਾਕੀ ਆ ਜਿਹੜੇ ਕਹਿਣਗੇ ਵੀ ਇੰਡੀਆ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਵਧੀਆ ਨੇਸ਼ਨ ਬਣ ਸਕਦਾ। ਠੀਕ ਹੈ। What rank did India get after being included for the first time in the Global Equality Capital Market ECM in 2022? ਹੁਣ ਇੰਡੀਆ ਦਾ ਕਿਹੜਾ ਰੈਂਕ ਆਇਆ, ਇੰਡੀਆ ਦਾ ਕਿਹੜਾ ਰੈਂਕ ਆਇਆ ਪਹਿਲੀ ਵਾਰੀ ਇਸ ਲਿਸਟ ਦੇ ਵਿੱਚ ਇੰਕਲੂਡ ਹੋਣ ਤੋਂ ਬਾਅਦ? ਤਾਂ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਇੰਡੀਆ ਦਾ ਕਿਹੜਾ ਰੈਂਕ ਆਇਆ ਤਾਂ ਇੰਡੀਆ ਰੈਂਕ ਆਇਆ 5th। ਇੰਡੀਆ ਦਾ ਕਿੰਨਾ ਰੈਂਕ ਆਇਆ 5th। ਇੰਡੀਆ ਨੇ ਜਾਪਾਨ ਨੂੰ ਪਿੱਛੇ ਛੱਡਤਾ ਸੀਗਾ। ਜਾਪਾਨ ਅਤੇ ਆਪਣੇ ਕੋਲ ਇੱਕ ਹੋਰ ਕੰਟਰੀ ਸੀ ਯੂਕੇ। ਜਾਪਾਨ ਅਤੇ ਯੂਕੇ ਨੂੰ ਪਿੱਛੇ ਛੱਡਤਾ ਸੀਗਾ ਇਸ ਇੰਡੈਕਸ ਦੇ ਵਿੱਚ। ਠੀਕ ਹੈ, ਤਾਂ ਇਸ ਇੰਡੈਕਸ ਦੇ ਵਿੱਚ 1 2 3 4 ਦੀ ਗੱਲ ਕਰੀਏ ਤਾਂ ਉਹਦੇ ਵਿੱਚ ਆਪਣੇ ਕੋਲ ਕਿਹੜੀ ਸੀਗੀ, ਆਪਣੇ ਕੋਲ US ਆ ਜਾਂਦੀ ਹੈ, ਚਾਈਨਾ ਆ ਜਾਂਦੀ ਹੈ, ਠੀਕ ਹੈ, ਜਰਮਨੀ ਆ ਜਾਂਦੀ ਹੈ ਅਤੇ ਫਰਾਂਸ ਆ ਜਾਂਦੀ ਹੈ। ਠੀਕ ਹੈ, ਇਹ ਕੁਛ ਕੰਟਰੀਜ਼ ਨੇ ਜਿਹੜੀਆਂ ਇਸ ਤੋਂ ਪਹਿਲਾਂ ਹੈਗੀਆਂ ਨੇ। ਸਮੁੰਦਰਯਾਨ ਮਿਸ਼ਨ ਹੈਜ਼ ਰੀਸੈਂਟਲੀ ਬੀਨ ਲਾਂਚਡ ਬਾਈ ਹੋਮ ਟੂ ਪ੍ਰਮੋਟ ਬਲੂ ਇਕੋਨਮੀ। ਬਲੂ ਇਕੋਨਮੀ ਕੀ ਹੈ? ਬਲੂ ਇਕੋਨਮੀ ਦੇ ਵਿੱਚ ਕੀ ਆਉਂਦਾ ਵੀ ਜਿਹੜੀ ਓਸ਼ਨ ਨੂੰ ਲੈ ਕੇ ਹੈ, ਓਸ਼ਨ ਨੂੰ ਲੈ ਕੇ ਨੂੰ ਬਲੂ ਇਕੋਨਮੀ ਕਿਉਂ ਜਾਂਦਾ, ਇਕੋਨਮੀ ਹੀ ਕਿਉਂ ਜਾਂਦਾ? ਬਲੂ ਤਾਂ ਆਪਾਂ ਨੂੰ ਸਮਝ ਆਉਂਦਾ ਵੀ ਓਸ਼ਨ ਦੇ ਨਾਂ 'ਤੇ ਉਹਨਾਂ ਨੇ ਬਲੂ ਕਿਹਾ ਗਿਆ, ਉਹ ਚੀਜ਼ ਤਾਂ ਆਪਾਂ ਨੂੰ ਸਮਝ ਆਉਂਦੀ ਹੈ। ਇਕੋਨਮੀ ਇਸ ਕਰਕੇ ਕਿਹਾ ਕਿਉਂਕਿ ਓਸ਼ਨ ਦੇ ਵਿੱਚ ਅਗਰ ਦੇਖਿਆ ਜਾਵੇ ਡੀਪ ਓਸ਼ਨ ਦੇ ਵਿੱਚ ਜਾ ਕੇ ਹੁਣ ਸਟੱਡੀ ਕੀਤੀ ਜਾਊਗੀ, ਸਰਵੇ ਕੀਤੇ ਜਾਣਗੇ, ਦੇਖਿਆ ਜਾਊਗਾ, ਮੋਨੀਟਰ ਕੀਤਾ ਜਾਊਗਾ, ਕੁਛ ਇਹੋ ਜਿਹੇ ਨਵੀਆਂ ਚੀਜ਼ਾਂ ਲੱਭੀਆਂ ਜਾਣਗੀਆਂ ਜਿਹੜੀਆਂ ਮਤਲਬ ਔਨ ਅਰਥ ਔਨ ਸਰਫੇਸ ਸਾਨੂੰ ਨਹੀਂ ਮਿਲੀਆਂ ਸੀ, ਜਿਹਦੇ ਨਾਲ ਕੀ ਹੋਊਗਾ ਇੰਡੀਆ ਦੇ ਵਿੱਚ ਜਾਂ ਇਹੋ ਜਿਹੀਆਂ ਹੋਰ ਕੰਟਰੀਜ਼ ਦੇ ਵਿੱਚ ਜਿਹਨਾਂ ਨੇ ਇਹ ਮਿਸ਼ਨ ਸ਼ੁਰੂ ਕੀਤਾ ਹੋਇਆ ਉਹਨਾਂ ਦੀ ਇਕੋਨਮੀ ਦੇ ਵਿੱਚ ਕਾਫੀ ਹੈਲਪ ਹੋਊਗੀ। ਜਿਵੇਂ ਅਗਰ ਗੱਲ ਕਰੀਏ ਤਾਂ 17 ਰੇਅਰ ਮੈਟਲਸ ਨੇ। ਠੀਕ ਹੈ, ਤਾਂ ਉਮੀਦਾਂ ਇਹੀ ਨੇ ਵੀ ਜਿਹੜਾ ਸਾਰਾ ਰੇਅਰ ਮੈਟਲਸ ਨੇ ਤਾਂ ਉਹਨਾਂ ਦੇ ਵਿੱਚੋਂ ਜਿਹੜੀਆਂ ਕੁਛ ਮਤਲਬ ਮੈਟਲਸ ਨੇ ਜਿਹੜੇ ਡੀਪ ਓਸ਼ਨ ਦੇ ਵਿੱਚ ਸਾਨੂੰ ਦਿਖ ਜਾਣਗੇ ਜਿਹੜੇ ਕਾਫੀ ਹੈਲਪ ਕਰਨਗੇ ਇਕੋਨਮੀ ਨੂੰ ਇਨਕਰੀਜ਼ ਕਰਨ ਦੇ ਵਿੱਚ। ਈਵਨ ਅਗਰ ਇਹ ਰੇਅਰ ਮੈਟਲ ਮਿਲਦੇ ਵੀ ਨੇ ਬਹੁਤ ਸਹੀ ਮਾਤਰਾ ਦੇ ਵਿੱਚ ਤਾਂ ਇਹ ਇੰਡੀਆ ਦੇ ਵਿੱਚ ਜੇ ਕਈ ਸੈਕਟਰ ਨੇ ਜਿਵੇਂ ਮੈਡੀਕਲ ਸੈਕਟਰ ਹੋ ਗਿਆ, ਡਿਫੈਂਸ ਸੈਕਟਰ ਹੋ ਗਿਆ, ਐਜੂਕੇਸ਼ਨ ਸੈਕਟਰ ਹੋ ਗਿਆ ਅਤੇ ਹੋਰ ਕਈ ਸੈਕਟਰ ਦੇ ਵਿੱਚ ਕਾਫੀ ਵਧੀਆ ਤਰੀਕੇ ਨਾਲ ਇੰਪਰੂਵਮੈਂਟ ਲੈ ਕੇ ਆਉਣਗੇ। Recently, new dust control technology for sites producing fugitive dust being invented by ਕਿਹਦੇ ਦੁਆਰਾ ਇਨਵੈਂਟਡ ਕੀਤੀ ਗਈ ਸੀ? ਸੈਂਟਰਲ ਮਾਈਨ ਪਲੈਨਿੰਗ ਐਂਡ ਡਿਜ਼ਾਈਨ ਇੰਸਟੀਟਿਊਟ ਦੁਆਰਾ ਇਨਵੈਂਟ ਕੀਤੀ ਗਈ ਸੀ ਤਾਂ ਕਿ ਜਿਹੜੀ ਵੀ ਆਪਣੇ ਕੋਲ ਫਿਊਜੀਟਿਵ ਡਸਟ ਹੁੰਦੀ ਹੈ ਏਅਰ ਦੇ ਵਿੱਚ ਜਿਹੜੀ ਮਤਲਬ ਏਅਰ ਦੇ ਵਿੱਚ ਬੈਠਦਾ ਮਤਲਬ ਆ ਜਾਂਦੀ ਹੈ ਨਾ ਤਾਂ ਉਹ ਐਟਮੋਸਫੇਅਰ ਦੇ ਵਿੱਚ ਵਾਪਸ ਜਾਂਦੀ ਹੈ ਅਤੇ ਨਾ ਹੀ ਨੀਚੇ ਮਤਲਬ ਦੱਬਦੀ ਹੈ, ਮਤਲਬ ਉਹ ਏਅਰ ਦੇ ਵਿੱਚ ਮਤਲਬ ਰਹਿੰਦੀ ਹੀ ਰਹਿੰਦੀ ਹੈ। ਉਹ ਚੀਜ਼ ਨੂੰ ਕੰਟਰੋਲ ਕਰਨ ਲਈ ਇੱਕ ਟੈਕਨੋਲੋਜੀ ਹੈ ਜਿਹੜੀ ਸੈਂਟਰਲ ਮਾਈਨ ਪਲੈਨਿੰਗ ਐਂਡ ਡਿਜ਼ਾਈਨ ਇੰਸਟੀਟਿਊਟ ਵੱਲੋਂ ਬਣਾਈ ਗਈ ਸੀ। Who has launched the book Braving a Vital Storm, India's COVID-19 Vaccine Story? ਹਾਂਜੀ, ਇਹਨਾਂ ਦੇ ਵਿੱਚੋਂ ਕਿਹੜੇ ਇਹੋ ਜਿਹੇ ਪਰਸਨ ਸੀ ਜਿਨ੍ਹਾਂ ਦੁਆਰਾ ਇਹ ਜਿਹੜੀ ਬੁੱਕ ਹੈ ਇਹਨੂੰ ਰਿਲੀਜ਼ ਕੀਤਾ ਗਿਆ ਸੀ? ਹੁਣ ਦੇਖੋ ਬੁੱਕ ਕਿਹਦੇ ਰਿਲੇਟਡ ਹੈ? ਹੈਲਥ ਰਿਲੇਟਡ ਹੈ ਤਾਂ ਹੈਲਥ ਰਿਲੇਟਡ ਕਿਹੜਾ ਪਕਸ਼ ਆਪਣੇ ਸਾਹਮਣੇ ਆਉਂਦਾ, ਕਿਹੜੇ ਪਰਸਨ ਆਪਣੇ ਸਾਹਮਣੇ ਆਉਂਦਾ? ਮਾਨਸੁਖ ਮੰਦਾਵੀਆ। ਠੀਕ ਹੈ, ਇਹਨਾਂ ਦੁਆਰਾ ਇਹ ਬੁੱਕ ਰਿਲੀਜ਼ ਕੀਤੀ ਗਈ ਹੈ ਜਿਹਦੇ ਵਿੱਚ ਦੱਸਿਆ ਗਿਆ ਸੀਗਾ ਵੀ ਇੰਡੀਆ ਨੇ ਕਿਵੇਂ ਕੋਵਿਡ ਟਾਈਮ ਦੇ ਵਿੱਚ ਡੀਲਿੰਗ ਕੀਤੀ ਹੈ, ਜਿਹੜੀਆਂ ਵੈਕਸੀਨਾਂ ਬਣਾ ਕੇ ਆਪਾਂ ਬਾਕੀ ਕੰਟਰੀਜ਼ ਨੂੰ ਵੀ ਭੇਜੀਆਂ ਨੇ ਉਹਦੇ ਵਿੱਚ ਮਤਲਬ ਕਿਵੇਂ ਵਧੀਆ ਤਰੀਕੇ ਨਾਲ ਇੰਡੀਆ ਨੇ ਆਲ ਓਵਰ ਵਰਲਡ ਦੇ ਵਿੱਚ ਆਪਣਾ ਨਾਮ ਵਧੀਆ ਬਣਾਇਆ। Who has recently appointed as its brand ambassador of Herbalife Nutrition India?
ਹਰਬਲ ਲਾਈਨ ਨਿਊਟ੍ਰੀਸ਼ਨ ਇੰਡੀਆ ਦੀ ਗੱਲ ਕਰੀ ਤਾਂ ਕੌਣ ਬ੍ਰਾਂਡ ਐਂਬੈਸਡਰ ਨੇ? ਸਮ੍ਰਿਤੀ ਮੰਦਾਨਾ ਜੋ ਹੁਣੀ ਬਣੇ ਨੇ। ਇਹਨਾਂ ਦੀ ਗੱਲ ਕਰੀਏ ਤਾਂ 3-4 ਮਹੀਨੇ ਪਹਿਲਾਂ ਵੀ ਇਹ ਇੱਕ ਆਇਲ ਐਂਡ ਲੁਬਰੀਕੈਂਟਸ ਦੇ ਇੱਕ ਬ੍ਰਾਂਡ ਸੀਗਾ ਜਿਹਦੇ ਬ੍ਰਾਂਡ ਐਂਬੈਸਡਰ ਬਣੇ ਸੀ। ਮੈਂ ਕਿਹਦੀ ਗੱਲ ਕਰ ਰਿਹਾ? ਗਲਫ ਆਇਲ ਐਂਡ ਲੁਬਰੀਕੈਂਟਸ ਦੀ ਗੱਲ ਕਰ ਰਿਹਾ, ਠੀਕ ਹੈ ਜੀ। ਇਸ ਤੋਂ ਸਿਵਾ ਇਹਨਾਂ ਤੋਂ ਸਿਵਾ ਵਿਰਾਟ ਕੋਹਲੀ ਵੀ ਇਸ ਮਤਲਬ ਜਿਹੜਾ ਆਪਣਾ ਹਰਬਲ ਲਾਈਫ ਨਿਊਟ੍ਰੀਸ਼ਨ ਆ ਇਹਨਾਂ ਜੁੜੇ ਹੋਏ ਨੇ, ਠੀਕ ਹੈ। ਜਿਹੜੇ ਇੱਕ ਆਪਣੇ ਕੋਲ ਮੀਰਾਬਾਈ ਚਾਨੂ ਸੀਗੇ ਉਹ ਵੀ ਜੁੜੇ ਹੋਏ ਨੇ। ਤਾਂ ਇਹ ਜਿਹੇ ਕੁਛ ਹੋਰ ਵੀ ਨਾਮੀ ਜਿਹੜੇ ਆਪਣੇ ਪਲੇਅਰਸ ਨੇ ਜਿਹੜੇ ਇਹਦੇ ਨਾਲ ਜੁੜੇ ਹੋਏ ਨੇ। Where has the first satellite launch center been inaugurated by the European Union in the Arctic recently? Arctic ਦੇ ਵਿੱਚ ਯੂਰਪੀਅਨ ਯੂਨੀਅਨ ਵੱਲੋਂ ਜਾਂ ਯੂਰਪੀਅਨ ਕਮਿਸ਼ਨ ਵੱਲੋਂ ਕਿਹੜੀ ਜਗ੍ਹਾ ਦੇ ਵਿੱਚ ਜਿਹੜਾ ਉਹਨਾਂ ਦਾ ਛੋਟੇ ਸਮਾਲ ਸੈਟਲਾਈਟ ਲਈ ਜਿਹੜੇ ਸੈਟਲਾਈਟ ਛੋਟੇ ਸੈਟਲਾਈਟ ਉਹਨਾਂ ਨੂੰ ਲਾਂਚ ਕਰਨ ਲਈ ਜਿਹੜਾ ਇੱਕ ਸਪੇਸ ਸਟੇਸ਼ਨ ਉਹ ਬਣਾਇਆ ਗਿਆ, ਤਾਂ ਕਿੱਥੇ ਆ ਜਾਊਗਾ? ਸਵੀਡਨ ਦੇ ਵਿੱਚ। ਕਿੱਥੇ ਆ ਜਾਊਗਾ? ਸਵੀਡਨ ਦੇ ਵਿੱਚ ਬਣਾਇਆ ਗਿਆ ਹੈ। Where has the union government announced the setting up of the first center of excellence for the online gaming? Okay, देखो पहले सेंटर की गल कर रहे हैं, ऑनलाइन गेमिंग की गल कर रहे हैं। ਤਾਂ ऑनलाइन गेमिंग की गल करिए जिमें कि ਤੁਹਾਨੂੰ ਆਪਾਂ ਇਹ ਚੀਜ਼ ਬਹੁਤ ਵਾਰੀ ਕਰ ਲਈ। ਅਗਰ ਕਰੰਟਲੀ ਗੱਲ ਕਰੀਏ ਤਾਂ ਕਰੰਟਲੀ 2.6 ਬਿਲੀਅਨ ਦੀ ਇਹ ਮਤਲਬ ਪੂਰੀ ਦੀ ਪੂਰੀ ਮਾਰਕੀਟ ਹੈ ऑनलाइन गेमिंग ਦੀ। ਤੇ ਬਾਈ 2027 ਇਹ ਮਾਰਕੀਟ ਕਿੰਨੀ ਹੋ ਜਾਣੀ ਹੈ? ਇਹ ਵੱਧ ਕੇ ਅਰਾਊਂਡ 8.2 ਬਿਲੀਅਨ ਡਾਲਰ ਤੱਕ ਪਹੁੰਚ ਜੂਗੀ। ਤਾਂ ਜਿਹਦੇ ਕਰਕੇ ਗਵਰਨਮੈਂਟ ਆਫ ਇੰਡੀਆ ਵੀ ਕੀ ਕਰ ਰਹੀ ਹੈ? ਇਸ ਮਾਰਕੀਟ ਦੇ ਵਿੱਚ ਇਨਵੈਸਟ ਕਰ ਰਹੀ ਹੈ, ਜਿਹਦੇ ਕਰਕੇ ਪਹਿਲਾ ਸੈਂਟਰ ਬਣਾਇਆ ਜਾ ਰਿਹਾ ਆਨਲਾਈਨ ਗੇਮਿੰਗ ਦੀ ਐਕਸੀਲੈਂਸ ਦੇ ਵਿੱਚ। ਕਿੱਥੇ ਬਣਾਇਆ ਗਿਆ ਉਹ? ਆਪਸ਼ਨ ਸੀ ਸ਼ਿਲੋਂਗ ਦੇ ਵਿੱਚ। ਕਿੱਥੇ? ਆਪਸ਼ਨ ਸੀ ਸ਼ਿਲੋਂਗ ਦੇ ਵਿੱਚ, ਠੀਕ ਹੈ ਜੀ। Which country has been announced $250,000 for the conservation of Cis Pagatum in Hyderabad, built in 18th and 19th century? ਤਾਂ ਉਹਦੇ ਵਿੱਚ ਆਪਣੇ ਕੋਲ ਕੀ ਆ ਜਾਊਗਾ? USA ਵੱਲੋਂ। ਕਿਹਦੇ ਵੱਲੋਂ ਆ ਜਾਊਗਾ? USA ਵੱਲੋਂ। ਲੇਕਿਨ ਅਗਰ ਮੈਂ ਇਹ ਪੁੱਛਾਂ USA ਵੱਲੋਂ ਕਿਹੜਾ ਡਿਪਾਰਟਮੈਂਟ ਸੀਗਾ ਉਹ, ਤਾਂ ਉਹ ਫੰਡਸ ਦਾ ਡਿਪਾਰਟਮੈਂਟ ਸੀਗਾ ਜਿਹਦੇ ਵਿੱਚ ਕੰਜ਼ਰਵੇਸ਼ਨ ਕੀਤੀ ਜਾਂਦੀ ਸੀ ਜਿਹੜੇ ਕਲਚਰਲ ਜਾਂ ਆਰਕੀਟੈਕਚਰਲ ਕੁਛ ਅਜਿਹੀਆਂ ਇਮਾਰਤਾਂ ਨੇ। In which state is Vidisha district located, which has recently introduced innovation 5G technologies proposed by startups for the first time? ਵਿਦੇਸ਼ਾ ਇੱਕ ਡਿਸਟ੍ਰਿਕਟ ਹੈ ਜਿਹੜੀ ਇੰਡੀਆ ਦੀ ਪਹਿਲੀ ਡਿਸਟ੍ਰਿਕਟ ਬਣਨ ਜਾ ਰਹੀ ਹੈ ਜਿਹਦੇ ਵਿੱਚ ਕੀ ਹੋਊਗਾ? 5G ਸਰਵਿਸ ਪ੍ਰੋਵਾਈਡ ਕੀਤੀ ਜਾ ਰਹੀ ਹੈ। ਤੇ ਉਹ ਜਿਹੜੀ 5G ਸਰਵਿਸ ਹੈ ਹਰ ਇੱਕ ਸੈਕਟਰ ਦੇ ਵਿੱਚ ਤੁਹਾਨੂੰ ਅਵੇਲੇਬਲ ਮਿਲੂਗੀ। ਹੈਲਥ ਕੇਅਰ ਦੇ ਵਿੱਚ ਲਾ ਲਓ, ਸਕੂਲਸ ਦੇ ਵਿੱਚ ਲਾ ਲਓ, ਆਫਿਸ ਦੇ ਵਿੱਚ ਲਾ ਲਓ, ਡਿਪਾਰਟਮੈਂਟਸ ਦੇ ਵਿੱਚ ਲਾ ਲਓ, ਠੀਕ ਆ। ਔਰ ਜਿਹੜੇ ਵੀ ਤੁਸੀਂ ਸੈਕਟਰ ਦੀ ਈਵਨ ਐਗਰੀਕਲਚਰ ਦੇ ਵਿੱਚ ਵੀ, ਤਾਂ ਉਹ ਕਿੱਥੇ ਆ? ਅਗਰ ਵਿਦੇਸ਼ਾਂ ਦੀ ਗੱਲ ਕਰੀਏ ਡਿਸਟ੍ਰਿਕਟ ਕਿੱਥੇ ਆ? ਮੱਧ ਪ੍ਰਦੇਸ਼ ਦੇ ਵਿੱਚ। ਕਿੱਥੇ ਆ ਇਹ? ਮੱਧ ਪ੍ਰਦੇਸ਼ ਦੇ ਵਿੱਚ। On which foreign countries assignment has the first woman officer Captain Surbhi Jakhmola been deployed by the border or the road organization recently? ਹੁਣ ਅਗਰ ਬਾਰਡਰ ਰੋਡ ਆਰਗੇਨਾਈਜੇਸ਼ਨ ਦੀ ਗੱਲ ਕਰੀਏ, ਉਹਨਾਂ ਵੱਲੋਂ ਇੱਕ ਜਿਹੜੇ ਆਫੀਸਰ ਸੀਗੇ 17th ਇੰਜੀਨੀਅਰ ਰੈਜੀਮੈਂਟ ਦੇ, ਠੀਕ ਹੈ। ਕਿਹਦੀ ਗੱਲ ਕਰ ਰਿਹਾ ਮੈਂ? ਸੁਰਭੀ ਜਖਮੋਲਾ ਦੀ ਗੱਲ ਕਰ ਰਿਹਾ। ਉਹਨਾਂ ਨੂੰ ਇੱਕ ਪ੍ਰੋਜੈਕਟ 'ਤੇ ਭੇਜਿਆ ਗਿਆ, ਠੀਕ ਹੈ। ਉਹ ਜਿਹੜਾ ਪ੍ਰੋਜੈਕਟ ਹੈ ਕਿੱਥੇ ਆ? ਉਹ ਭੂਟਾਨ ਦੇ ਵਿੱਚ ਪ੍ਰੋਜੈਕਟ ਹੈ। ਮੈਂ ਇਹ ਕੁਐਸਚਨ ਪੁੱਛਣਾ, ਮੈਂ ਚੈੱਕ ਕਰ ਰਿਹਾ ਵੀ ਕਿਤੇ ਕੁਐਸਚਨ ਦੇ ਵਿੱਚ ਤਾਂ ਨਹੀਂ ਲਿਖਿਆ। ਹਾਂ, ਤਾਂ ਬਸ ਤੁਸੀਂ ਇਹ ਦੱਸਣਾ ਵੀ ਉਹ ਪ੍ਰੋਜੈਕਟ ਦਾ ਕੀ ਨਾਮ ਹੈ। ਪ੍ਰੋਜੈਕਟ ਦਾ ਕੀ ਨਾਮ ਹੈ? ਇੰਪੋਰਟੈਂਟ ਚੀਜ਼, ਪਹਿਲੇ ਵੂਮਨ ਆਫਿਸਰ ਨੇ ਜਿਹੜੇ ਸਿਲੈਕਟ ਹੋਏ ਨੇ ਸੁਰਭੀ ਜਖਮੋਲਾ, ਇਹਦੇ ਲਈ। ਤਾਂ ਇਸ ਚੀਜ਼ 'ਤੇ ਫੋਕਸ ਕਰਿਓ। The state which started constitutional literacy campaign ਕਿਹਦੇ ਸਟੇਟ ਵੱਲੋਂ ਚਲਾਈ ਗਈ ਹੈ? ਲਿਟਰੇਸੀ ਦੀ ਗੱਲ ਹੋ ਰਹੀ ਹੈ ਤਾਂ ਕੇਰਲਾ ਵੈਸੇ ਹੀ ਆਪਣੇ ਦਿਮਾਗਾਂ ਦੇ ਵਿੱਚ ਪਹਿਲੇ ਨੰਬਰ 'ਤੇ ਆ ਜਾਂਦਾ, ਤਾਂ ਇਹ ਵੀ ਕੇਰਲਾ ਹੀ ਹੈ। ਇਹਦੇ ਵਿੱਚ ਕੀ ਸੀਗਾ ਵੀ ਜਿਹੜੇ 10 ਸਾਲ ਦੇ ਬੱਚੇ ਨੇ, 10 ਸਾਲ ਤੋਂ 14 ਸਾਲ, ਠੀਕ ਹੈ, ਉਹਨਾਂ ਦੀ ਗੱਲ ਕਰੀ ਤਾਂ ਉਹਨਾਂ ਨੂੰ ਕੌਨਸਟੀਟਿਊਸ਼ਨ ਨਾਲ ਫੈਮੀਲੀਅਰ ਕਰਾਇਆ ਜਾਊਗਾ, ਪ੍ਰੈਂਬਲ ਪੜ੍ਹਾਏ ਜਾਣਗੇ, ਠੀਕ ਹੈ। ਉਹਨਾਂ ਨੂੰ ਸਿੰਪਲ ਤੇ ਸਰਲ ਭਾਸ਼ਾ ਦੇ ਵਿੱਚ ਦੱਸਿਆ ਜਾਊਗਾ। ਤੇ ਕੁਝ ਸਾਲਾਂ ਬਾਅਦ ਮਤਲਬ ਜਦੋਂ 14 ਦੇ ਹੋ ਜਾਣਗੇ ਤਾਂ ਜਿਹੜੇ ਬੱਚੇ 14 ਨੇ ਆ ਤਾਂ ਉਹਨਾਂ ਨੂੰ ਪ੍ਰਿੰਟ ਆਊਟਸ ਵੀ ਦਿੱਤੇ ਜਾਣਗੇ ਪ੍ਰੈਂਬਲਸ ਦੇ, ਜਿਹੜੇ ਉਹ ਪੜ੍ਹ ਸਕਦੇ ਆ, ਆਪਣੇ ਰਾਈਟਸ ਜਾਣ ਸਕਦੇ ਆ, ਠੀਕ ਹੈ। ਤੇ ਉਹ ਸਾਰੀ ਚੀਜ਼ਾਂ ਨਾਲ ਆਪਾਂ ਮਤਲਬ ਇੰਡੀਆ ਦੇ ਅਕੋਰਡਿੰਗ ਉਹ ਚੀਜ਼ਾਂ ਨੂੰ ਕਰ ਸਕਦੇ ਆ ਤੇ ਉਹ ਚੀਜ਼ਾਂ ਨੂੰ ਸਮਝ ਸਕਦੇ ਆ।
Recently, who has launched the Mark portal for the startup mentorship? ਮਾਰਕ ਪੋਰਟਲ ਕਿਹਦੇ ਦੁਆਰਾ ਸਟਾਰਟਅਪ ਮੈਂਟਰਸ਼ਿਪ ਕੀਤਾ ਜਾਂਦਾ ਹੈ? ਪਿਊਸ਼ ਗੋਇਲ ਦੁਆਰਾ। ਹੁਣ ਮਾਰਕ ਪੋਰਟਲ ਦੇ ਵਿੱਚ ਕੀ ਹੈ? ਮਾਰਕ ਦਾ ਪੂਰਾ ਮਤਲਬ ਅਲੱਗ ਇਹਦਾ ਮੀਨਿੰਗ ਹੈ। ਐਮ ਤੇ ਜਿਵੇਂ ਮੈਂਟਰਸ਼ਿਪ ਹੋ ਗਿਆ, ਇਹ ਤੇ ਅਸੈਸਮੈਂਟ ਹੋ ਗਈ, ਠੀਕ ਹੈ। ਆਰ ਤੇ ਆਪਣੇ ਕੋਲ ਜਿਵੇਂ ਕਿਸੇ ਨੂੰ ਆਈ ਥਿੰਕ ਰੀਜਨਲ ਹੋਵੇ ਸੀਗਾ, ਠੀਕ ਹੈ। ਜੀ ਤੇ ਗਾਈਡੈਂਸ ਪ੍ਰੋਗਰਾਮ ਸੀਗਾ। ਤਾਂ ਇਹ ਸਾਰੀਆਂ ਚੀਜ਼ਾਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਉਹਨਾਂ ਲਈ ਜਿਹੜੇ ਨਵੇਂ ਸਟਾਰਟਅਪ ਸ਼ੁਰੂ ਹੋਏ ਨੇ, ਜਿਨ੍ਹਾਂ ਨੂੰ ਪ੍ਰੋਬਲਮ ਆ ਰਹੀ ਆ, ਕੋਈ ਚੀਜ਼ਾਂ ਸਮਝ ਨਹੀਂ ਆ ਰਹੀਆਂ, ਤਾਂ ਉਹ ਸਾਰੀਆਂ ਹੀ ਚੀਜ਼ਾਂ ਕਰਵਾਈਆਂ ਜਾਣਗੀਆਂ, ਠੀਕ ਹੈ। ਤੁਸੀਂ ਇੱਥੇ ਅਪਲਾਈ ਕਰੋਗੇ, ਤੁਹਾਡੇ ਨਾਲ ਕੰਡਕਟ ਹੋਊਗਾ, ਤੁਹਾਨੂੰ ਪੁੱਛਿਆ ਜਾਊਗਾ ਕਿੱਥੇ ਤੁਹਾਡੀ ਕਮੀ ਆ ਰਹੀ ਹੈ, ਤਾਂ ਉਹਦੇ ਵਿੱਚ ਤੁਹਾਨੂੰ ਉਸ ਪਰਸਨ ਨੂੰ ਮਿਲਾਇਆ ਜਾਊਗਾ ਜਾਂ ਉਸ ਪਰਸਨ ਨਾਲ ਡੀਲਿੰਗ ਕਰਵਾਈ ਜਾਊਗੀ ਜਿਹੜੀ ਤੁਹਾਡੀ ਹੈਲਪ ਕਰ ਦੇਣਗੇ, ਠੀਕ ਹੈ ਜੀ। With what name India's first 5G enabled drone has been deployed by startup firm IG Drone? ਹੁਣ IG Drone ਦੀ ਗੱਲ ਕਰੀਏ ਤਾਂ ਇਹੋ ਜਿਹਾ ਕਿਹੜਾ ਮਤਲਬ ਪਹਿਲਾ ਇੰਡੀਆ ਦਾ IG Drone ਹੈ ਜਿਹਦੇ ਵਿੱਚ 5G ਟੈਕਨੋਲੋਜੀ ਅਵੇਲੇਬਲ ਹੈ, ਜਿਹਦੇ ਵਿੱਚ 5G ਟੈਕਨੋਲੋਜੀ ਅਵੇਲੇਬਲ ਹੈ। ਅਤੇ ਇਹ ਜਿਹੜਾ ਡਰੋਨ ਹੈ ਬੇਸਿਕਲੀ ਡਿਫੈਂਸ ਅਤੇ ਦੂਜਾ ਕਿਹੜਾ ਸੀਗਾ ਹੈਲਥ ਲਈ, ਡਿਫੈਂਸ ਅਤੇ ਹੈਲਥ ਸੈਕਟਰ ਲਈ ਸਭ ਤੋਂ ਜ਼ਿਆਦਾ ਯੂਜ਼ ਕੀਤਾ ਜਾਊਗਾ। ਹੁਣ ਇਹ 'ਚ 5G ਟੈਕਨੋਲੋਜੀ ਆ। 5G ਟੈਕਨੋਲੋਜੀ ਦੇ ਵਿੱਚ ਇਹਨਾਂ ਨੇ ਕੀ ਹੈਲਪ ਕਿਹਾ ਸੀ? ਇੱਕ ਤੁਹਾਨੂੰ ਹੋਰ ਦੱਸਿਆ ਸੀ ਵੀ ਇਹਦੇ ਵਿੱਚ ਕੀ ਸੀਗਾ? ਥਰਮਲ ਉਹ ਸੀਗੀ ਇਮੇਜਿੰਗ, THE ਥਰਮਲ ਇਮੇਜਿੰਗ ਸੀਗੀ। ਹੁਣ ਥਰਮਲ ਇਮੇਜਿੰਗ ਦਾ ਕੀ ਪਰਪਸ ਹੈ? ਅਗਰ ਕਿਸੇ ਨੇ ਮਤਲਬ ਕੋਈ ਪੈਕੇਜ ਡਰੋਪ ਕਰਨਾ ਇਸ ਡਰੋਨ ਨੇ ਤਾਂ ਥਰਮਲ ਇਮੇਜਿੰਗ ਦੇ ਥਰੂ ਕੀਤਾ ਜਾਂਦਾ। ਤਾਂ ਥਰਮਲ ਇਮੇਜਿੰਗ ਵਿੱਚ ਇਹ ਦੇਖਿਆ ਜਾਂਦਾ ਜਿਹੜੀ ਬੋਡੀ ਦੀ ਹੀਟ ਟੈਂਪਰੇਚਰ ਉਹ ਨੋਟ ਕਰ ਲੈਂਦਾ, ਠੀਕ ਹੈ, ਜਿਹੜਾ ਥਰਮਲ ਇਮੇਜਿੰਗ ਵਾਲਾ ਸੈਂਸਰ ਹੁੰਦਾ, ਠੀਕ ਹੈ। ਤਾਂ ਉਸ ਤਰੀਕੇ ਨਾਲ ਆਪਾਂ ਪ੍ਰੋਪਰ ਐਗਜ਼ੈਕਟਲੀ ਲੋਕੇਸ਼ਨ ਪਤਾ ਚੱਲ ਸਕਦੀ ਹੈ ਅਤੇ ਉਹਨੂੰ ਆਪਾਂ ਉੱਥੇ ਡਰੋਪ ਕਰ ਸਕਦੇ ਹਾਂ। ਤਾਂ ਉਹਦਾ ਨਾਮ ਕੀ ਰੱਖਿਆ ਗਿਆ? ਉਹਦਾ ਨਾਮ ਹੈ ਸਕਾਈਹੌਕ, ਉਹਦਾ ਨਾਮ ਹੈ ਸਕਾਈਹੌਕ। ਇੱਦਾਂ ਹੀ ਰੀਸੈਂਟਲੀ ਇੱਕ ਗਰੋਡਾ ਐਰੋਸਪੇਸ ਸੀਗੀ, ਉਹਨਾਂ ਨੇ ਵੀ ਇੱਕ ਮਤਲਬ ਡਰੋਨ ਬਣਾਇਆ ਸੀ। ਤਾਂ ਉਹ ਡਰੋਨ ਦਾ ਕੀ ਨਾਮ ਸੀ ਇਹ ਤੁਸੀਂ ਦੱਸਣਾ। Where is 53rd meeting of the World Economic Forum began organized? ਤਾਂ ਕਿੱਥੇ ਹੋਈ ਹੈ? ਦੇਵਸ, ਜੋ ਕਿੱਥੇ ਸਵਿਟਜ਼ਰਲੈਂਡ ਦੇ ਵਿੱਚ ਹੈ। ਲਾਸਟ ਟਾਈਮ ਵੀ ਉੱਥੇ ਹੋਈ ਸੀ, ਕੋਵਿਡ ਦੇ ਕਰਕੇ ਕੈਂਸਲ ਹੋ ਗਈ, ਲੇਕਿਨ ਉਹ ਫਿਰ ਉਹ ਕੀਤੀ ਗਈ ਸੀ, ਆਪਾਂ ਕੀ ਕਹਿੰਦੇ ਉਹਨੂੰ ਵਰਚੁਅਲ ਮੀਟਿੰਗ ਕੰਡਕਟ ਕੀਤੀ ਗਈ ਸੀ। According to which report India's richest 1% hold more than 50% of the total wealth? ਤਾਂ Oxfam ਵੱਲੋਂ ਇਹ ਰਿਪੋਰਟ ਆਈ ਹੈ, ਜਿਨ੍ਹਾਂ ਨੇ ਇਹ ਕਿਹਾ ਵੀ ਇੰਡੀਆ ਦਾ ਜੇ ਆਪਾਂ ਰਿਚੈਸਟ 1% ਵੀ ਵਾਲੇ ਤਾਂ ਇੰਡੀਆ ਦਾ 40% ਜਿਹੜਾ ਉਹ ਤੋਂ ਵੀ ਜ਼ਿਆਦਾ ਉਹ ਪੈਸੇ ਆ ਉਹਨਾਂ ਕੋਲ। What percentage of ethanol blending in the petrol will be started by the central government from April 1, 2023? 1 ਅਪ੍ਰੈਲ 2023 ਤੋਂ ਜਿਹੜੀ ਐਥਨਲ ਦੀ ਬਲੈਂਡਿੰਗ ਆ ਉਹ ਕਿੰਨੀ ਬਲੈਂਡਿੰਗ ਦੇ ਵਿੱਚ ਜਿਹੜਾ ਪੈਟਰੋਲ ਹੈ ਉਹਦੇ 'ਚ ਕਿੰਨੀ ਐਥਨੋਲ ਦੀ ਬਲੈਂਡਿੰਗ ਹੋਊਗੀ? ਤਾਂ ਉਹਦੇ 'ਚ ਆਪਣੇ ਕੋਲ ਕੀ ਆ ਜਾਊਗਾ? 20%। ਐਥਨੋਲ ਦੀ ਕਿੰਨੀ ਪਰਸੈਂਟੇਜ ਦੀ ਬਲੈਂਡ ਕੀਤਾ ਜਾਊਗਾ, ਮਤਲਬ ਪੈਟਰੋਲ ਦੇ ਵਿੱਚ ਮਿਲਾਇਆ ਜਾਊਗਾ, ਤਾਂ 20% ਮਿਲਾਇਆ ਜਾਊਗਾ। ਅਤੇ 1 ਅਪ੍ਰੈਲ ਤੋਂ ਇਹ ਸਟਾਰਟ ਕੀਤਾ ਜਾਊਗਾ। ਇਹ ਅਲੱਗ-ਅਲੱਗ ਫੇਸਿਸ ਦੇ ਵਿੱਚ ਕੰਮ ਹੋਊਗਾ। ਫੇਸ 1 ਦੀ ਗੱਲ ਕਰੀਏ ਜੋ ਸਟਾਰਟ ਹੋ ਰਿਹਾ ਮਤਲਬ 1 ਅਪ੍ਰੈਲ ਤੋਂ, ਤਾਂ ਇਹਦੇ ਵਿੱਚ ਤੁਸੀਂ ਇਹ ਮੈਨੂੰ ਦੱਸੋ ਫੇਸ 1 ਦੇ ਵਿੱਚ ਕਿਹੜੀ ਸਿਟੀਜ਼ ਦੇ ਵਿੱਚ ਜਾਂ ਸਟੇਟਸ ਦੇ ਵਿੱਚ ਇਹ ਜਿਹੜਾ ਫੇਸ 1 ਆ ਉਹ ਸਟਾਰਟ ਹੋ ਰਿਹਾ, ਕਿਹੜੀ ਸਿਟੀ ਅਤੇ ਕਿਹੜੇ ਸਟੇਟ ਦੇ ਵਿੱਚ ਇਹ ਫੇਸ 1 ਆ ਜਿਹੜਾ ਵਰਕ ਕਰੂਗਾ। ਵੈਨ ਵਾਸ ਦੀ ਨੈਸ਼ਨਲ ਸਟਾਰਟਅਪ ਡੇ ਸੈਲੀਬ੍ਰੇਟਿਡ ਔਨ ਓਕੇ ਉਹਨੇ ਲਿਖਿਆ ਹੀ ਹੋਇਆ, ਮੈਂ ਕਹਿਣ ਲੱਗੇ 16 ਜਨਵਰੀ, ਠੀਕ ਹੈ, ਫॉर ਦੀ ਫਸਟ ਟਾਈਮ। ਅੱਛਾ, ਜਿਹੜਾ ਨੈਸ਼ਨਲ ਸਟਾਰਟਅਪ ਡੇ ਹੈ ਸੈਲੀਬ੍ਰੇਟ ਕੀਤਾ ਜਾਂਦਾ 16 ਜਨਵਰੀ ਨੂੰ, ਲੇਕਿਨ ਸਭ ਤੋਂ ਪਹਿਲੀ ਵਾਰੀ ਕਿਹੜੇ ਸਾਲ ਦੇ ਵਿੱਚ ਮਨਾਇਆ ਗਿਆ ਸੀ? ਤਾਂ ਅਗਰ ਇਸ ਸਾਲ ਦੀ ਗੱਲ ਕਰੀਏ 2023 ਦੇ ਵਿੱਚ, ਜੋ ਰੀਸੈਂਟਲੀ ਪਿੱਛੇ ਕੁਝ ਦਿਨ ਪਹਿਲਾਂ ਇਹਨੂੰ ਸੈਲੀਬ੍ਰੇਟ ਕੀਤਾ ਗਿਆ, ਠੀਕ ਹੈ। ਇਸ ਸਾਲ ਵੀ ਮਤਲਬ ਇਸ ਸਾਲ ਵੀ ਸੈਲੀਬ੍ਰੇਟ ਕੀਤਾ ਗਿਆ। ਕੀ ਪਿਛਲੇ ਸਾਲ ਦਾ ਕੁਝ ਲਿੰਕ ਹੈ ਇਹਦੇ ਨਾਲ? ਕਿਉਂਕਿ 2023 ਵੀ ਆਪਣੇ ਕੋਲ ਆਪਸ਼ਨ ਹੈ, 2022 ਵੀ ਹੈ, 2021 ਵੀ ਹੈ ਅਤੇ 2020 ਵੀ ਹੈ। ਕਿਉਂਕਿ ਸਟਾਰਟਅਪ ਦੀ ਗੱਲ ਕਰੀਏ ਤਾਂ ਸਟਾਰਟਅਪ ਕਾਫੀ ਸਾਲਾਂ ਦੇ ਵਿੱਚੋਂ ਅਗਰ ਦੇਖਿਆ ਜਾਵੇ ਤਾਂ ਇਹ ਵਰਡ ਆ ਜਿਹੜਾ ਮਾਰਕੀਟ ਦੇ ਵਿੱਚ ਘੁੰਮ ਰਿਹਾ, ਸਟਾਰਟਅਪ, ਠੀਕ ਹੈ। ਤਾਂ ਆਪਾਂ ਆਈਡੀਆ ਵੀ ਨਹੀਂ ਲਗਾ ਸਕਦੇ ਵੀ ਇਹਨਾਂ 'ਚ ਕਿਹੜਾ ਈਅਰ ਹੋ ਸਕਦਾ। ਜਾਂ ਤਾਂ ਕੋਈ ਇਸੇ ਸਾਲ ਆਇਆ ਸੀ ਜਾਂ ਪਿਛਲੇ ਸਾਲ ਆਇਆ ਸੀ ਤਾਂ ਕੁਝ ਸੋਚ ਸਕਦੇ ਆ, ਠੀਕ ਹੈ। ਚਲੋ ਇਹ ਜੇ ਪਤਾ ਤਾਂ ਬਿਲਕੁਲ ਪਤਾ ਹੈ, ਬਿਲਕੁਲ ਐਗਜ਼ੈਕਟ ਆਂਸਰ ਕੀ ਹੈ? 2022। ਪਿਛਲੇ ਸਾਲ 15 ਜਨਵਰੀ 2022 ਨੂੰ ਨਰਿੰਦਰ ਸਿੰਘ ਮੋਦੀ ਜੀ ਵੱਲੋਂ ਜੋ ਆਪਣੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੇ ਕਿਹਾ ਸੀਗਾ 16 ਜਨਵਰੀ ਨੂੰ ਹਰ ਸਾਲ ਆਪਾਂ ਨੈਸ਼ਨਲ ਸਟਾਰਟਅਪ ਡੇ ਸੈਲੀਬ੍ਰੇਟ ਕਰਾਂਗੇ। The first state in the country to implement blindness control policy for the purpose of right to sight vision ਕਿਹਦੇ ਲਈ ਕੀਤਾ ਗਿਆ ਸੀ? ਕਿਹੜੇ ਰਾਜ ਨੇ ਕੀਤਾ ਸੀ? ਰਾਜਸਥਾਨ ਨੇ ਕੀਤਾ ਸੀਗਾ, ਤਾਂ ਕਿ ਜਿਹੜੇ ਬਲਾਈਂਡ ਪੀਪਲ ਨੇ ਉਹਨਾਂ ਲਈ ਆਪਾਂ ਕਰ ਸਕੀਏ ਬੈਟਰ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਵੀ ਉਹਨਾਂ ਦੀ ਪ੍ਰੋਬਲਮ ਹੈ ਮੈਕਸੀਮਮ ਟੂ ਮੈਕਸੀਮਮ ਆਪਾਂ ਖਤਮ ਕਰ ਸਕੀਏ। Recently against which country did India register its biggest win in the history of ODI? ਅੱਛਾ, ਕ੍ਰਿਕਟ ਦੀ ਗੱਲ ਕਰਦੇ। ਸ਼੍ਰੀਲੰਕਾ ਦਾ ਗੇਮ ਸੀਗਾ
ਕਿੰਨੀ ਵਿਨ ਦੀ ਸੀਗੀ? 317 ਰਨ ਦੀ ਵਿਨ ਸੀਗੀ ਜਿਹੜੀ ਇੰਡੀਆ ਨੇ ਜਿੱਤੀ ਹੈ, ਸਭ ਤੋਂ ਵੱਡੀ ਹੈ ਹੁਣ ਤੱਕ ਦੀ। ਲੇਕਿਨ ਇਸ ਤੋਂ ਪਹਿਲਾਂ ਕਰੀਏ ਤਾਂ ਇਸ ਤੋਂ ਪਹਿਲਾਂ 290 ਰਨਸ ਦੇ ਮਾਰਜਨ ਦੇ ਨਾਲ ਕਿਸੇ ਟੀਮ ਨੇ ਜਿੱਤਿਆ ਸੀ। ਕਿਹੜੀ ਟੀਮ ਨੇ ਜਿੱਤਿਆ ਸੀ? ਨਿਊਜ਼ੀਲੈਂਡ ਦੇ ਜਿੱਤਿਆ ਸੀ। ਆਈ ਥਿੰਕ ਨਿਊਜ਼ੀਲੈਂਡ ਨੇ ਆਇਰਲੈਂਡ ਦੇ ਅਗੇਂਸਟ ਜਿੱਤਿਆ ਸੀਗਾ। ਕਿਹਦੇ? ਆਇਰਲੈਂਡ ਦੇ ਅਗੇਂਸਟ ਜਿੱਤਿਆ ਸੀਗਾ, ਸਮਥਿੰਗ ਲਾਈਕ ਦੈਟ। The 21st edition of the Varuna bilateral exercise is being organized by India with which country's navy? ਵਰੁਣਾ ਐਕਸਰਸਾਈਜ਼ ਦੀ ਗੱਲ ਕਰੇ ਤਾਂ ਜਿਹੜੀ ਵਰੁਣਾ ਬਾਇਲੈਟਰਲ ਐਕਸਰਸਾਈਜ਼ ਹੈ, ਜਿਹੜੀ ਐਕਸਰਸਾਈਜ਼ ਹੈ ਇੰਡੀਆ ਦੀ ਕੰਡਕਟ ਹੋ ਰਹੀ ਹੈ, ਤਾਂ ਇੰਡੀਆ ਦੀ ਕੰਡਕਟ ਇਹ ਕਿਹੜੀ ਦੂਜੀ ਕੰਟਰੀ ਦੇ ਨਾਲ ਹੋ ਰਹੀ ਹੈ? ਕਿਉਂਕਿ ਬਾਇਲੈਟਰਲ ਦੋ ਦੇ ਵਿੱਚ ਹੋਣਗੀ, ਤਾਂ ਆਪਣੇ ਕੋਲ ਕੀ ਆ ਜਾਊਗਾ? ਇਹ ਫਰਾਂਸ ਨਾਲ। ਕਿੰਨਵਾਂ ਐਡੀਸ਼ਨ ਹੈ ਇਸ ਸਾਲ ਦਾ? 21st ਐਡੀਸ਼ਨ ਹੈ। According to the recent released data, which country's population has recorded steep decline for the first time since 1961? 1961 ਤੋਂ ਬਾਅਦ ਪਹਿਲੀ ਵਾਰੀ ਇੱਦਾਂ ਹੋਇਆ ਵੀ ਕਿਸੇ ਉਹ ਵਾਲੀ ਇੱਕ ਕੰਟਰੀ ਦੇ ਵਿੱਚ ਹੁਣ ਤੱਕ, ਠੀਕ ਹੈ, ਇਕਲੌਤੀ ਇਹੋ ਜਿਹੀ ਕੰਟਰੀ ਬਣ ਗਈ ਹੈ 1961 ਤੋਂ ਬਾਅਦ ਹਜੇ ਤੱਕ ਉਹਨਾਂ ਦੀ ਪਾਪੂਲੇਸ਼ਨ ਦੇ ਵਿੱਚ ਡਿਕਲਾਈਨ ਨਹੀਂ ਹੋਇਆ ਸੀ। ਤਾਂ ਕਿਹਦੀ ਗੱਲ ਕਰ ਰਹੇ ਆਪਾਂ? ਚਾਈਨਾ ਦੀ। ਕਿਹਦੀ ਗੱਲ ਕਰ ਰਹੇ? ਚਾਈਨਾ ਦੀ। ਇਹਦੇ ਪਿੱਛੇ ਰੀਜ਼ਨ ਕੀ ਹੈ? ਇਹਦੇ ਪਿੱਛੇ ਰੀਜ਼ਨ ਇਹ ਹੈ ਕਿ ਜਿਹੜੇ ਅਗਰ 2021 ਤੇ 2022 ਦੇ ਡਾਟਾ ਦੀ ਗੱਲ ਕਰੀਏ ਤਾਂ 2022 ਦਾ ਡਾਟਾ ਇਹ ਕਹਿੰਦਾ ਵੀ 2022 ਦੇ ਵਿੱਚ ਜਿਹੜੀਆਂ ਬਰਥ ਹੋਈਆਂ ਸੀ ਉਹ ਕਿੰਨੀਆਂ ਹੋਈਆਂ ਸੀ? ਲੈਸ ਹੋਈਆਂ ਸੀ। ਤੇ ਜਿਹੜੀਆਂ ਡੈਥ ਹੋਈਆਂ ਚਾਈਨਾ ਦੇ ਵਿੱਚ ਉਹ ਕਿੰਨੀਆਂ ਹੋਈਆਂ? ਮੋਰ ਹੋਈਆਂ। ਜਿਹਦੇ ਕਰਕੇ ਕੀ ਹੋਇਆ ਵੀ ਉਹਨਾਂ ਦੀ ਜਿਹੜੀ ਪਾਪੂਲੇਸ਼ਨ ਦੀ ਉਹ ਸੀ ਇੱਕ ਪ੍ਰੋਪਰ ਗਰੋਥ ਸੀਗੀ ਜਿਹੜੀ ਉਹਨਾਂ ਨੇ ਮੇਨਟੇਨ ਕੀਤੀ ਹੋਈ ਸੀ, ਉਹ ਘਟ ਗਈ। ਉਹਦੇ ਵਿੱਚ ਕੀ ਹੈ? ਸਟੀਪ ਡਿਕਲਾਈਨ ਆਇਆ ਹੈ। Recently, who has announced to set up Doppler weather radar network across the country for the accurate weather forecast system in the year 2025? ਤਾਂ ਉਹਦੇ ਵਿੱਚ ਗੱਲ ਕਰੀ ਤਾਂ ਆਪਣੇ ਕੋਲ ਕਿਹੜਾ ਆ ਜਾਊਗਾ? ਮਿਨਿਸਟਰੀ ਆਫ ਅਰਥ ਸਪੇਸ। ਕਿਹਦੇ ਵੱਲੋਂ? ਸੌਰੀ, ਨੋਟ ਸਪੇਸ ਬਟ ਅਰਥ ਸਾਇੰਸ। ਮਿਨਿਸਟਰੀ ਆਫ ਅਰਥ ਸਾਇੰਸ ਵੱਲੋਂ ਡੋਪਲਰ ਵੈਦਰ ਰਡਾਰ ਨੈਟਵਰਕ ਹੈ ਜਿਹੜਾ ਉਹ ਮਤਲਬ 2025 ਤੱਕ ਆਲ ਓਵਰ ਇੰਡੀਆ ਦੇ ਵਿੱਚ ਵਰਕ ਕਰਨਾ ਸ਼ੁਰੂ ਕਰ ਦੂਗਾ। ਹੁਣ ਇਹ ਰਡਾਰ ਸਿਸਟਮ ਕੀ ਕੰਮ ਕਰ ਰਿਹਾ ਹੈ? ਡੋਪਲਰ ਵਾਲਾ ਇਹਦਾ ਪਰਪਸ ਕੀ ਹੈ? ਇਹਦਾ ਮਤਲਬ ਐਕੂਰੇਟ ਇਨਫੋਰਮੇਸ਼ਨ, ਐਕੂਰੇਟ ਪ੍ਰੈਡਿਕਸ਼ਨ ਪ੍ਰੋਵਾਈਡ ਕਰਨਾ ਵੈਦਰ ਦੇ ਰਿਲੇਟਿਡ, ਠੀਕ ਹੈ, ਵੈਦਰ ਦੇ ਰਿਲੇਟਿਡ ਉਹ ਚੀਜ਼ ਪ੍ਰੋਵਾਈਡ ਕਰਨਾ। ਤਾਂ 2025 ਤੱਕ ਇਹ ਪ੍ਰੋਪਰ ਆਲ ਓਵਰ ਇੰਡੀਆ ਦੇ ਵਿੱਚ ਵਧੀਆ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਕਰ ਦੂਗਾ। Recently, Nilkurinchi has been included in the list of the protected plants by the Ministry of Environment. It belongs to which of the geographical region in India? ਇੰਡੀਆ ਦੇ ਵਿੱਚ ਕਿਹੜੇ ਜਿਓਗ੍ਰਾਫਿਕਲ ਰੀਜਨ ਦੇ ਵਿੱਚ ਜਿਹੜੀ ਇਹ ਮਤਲਬ ਨੀਲਕੁਰਿੰਜੀ ਉਹ ਪਾਈ ਜਾਂਦੀ ਹੈ? ਤਾਂ ਆਪਣੇ ਕੋਲ ਕੀ ਆ ਜਾਊਗਾ? ਕਿੱਥੇ ਪਾਈ ਜਾਂਦੀ ਹੈ? ਵੈਸਟਰਨ ਘਾਟ ਦੇ ਵਿੱਚ। ਕਿੱਥੇ? ਵੈਸਟਰਨ ਘਾਟ ਦੇ ਵਿੱਚ, ਠੀਕ ਹੈ। ਇਹ ਉਹੀ ਹੈ ਜਿਹੜੀ 12 ਸਾਲ ਬਾਅਦ ਹੁੰਦੀ ਹੈ। ਇਹ ਉਹੀ ਹੈ ਜਿਹੜੀ 12 ਸਾਲ ਬਾਅਦ ਹੁੰਦੀ ਹੈ, ਠੀਕ ਹੈ। Who is the author of the book Irfan Khan A Life in Movies? ਤਾਂ ਸ਼ੋਭਰਾ ਗੁਪਤਾ ਵੱਲੋਂ ਇਹ ਬੁੱਕ ਲਿਖੀ ਗਈ ਹੈ। Where has the replica of the eastern gate of the famous Sanchi Stupa of India being unveiled recently? ਕਿੱਥੇ ਕੀਤਾ ਗਿਆ? ਜਰਮਨੀ ਦੇ ਵਿੱਚ ਕੀਤਾ ਗਿਆ। ਜਰਮਨੀ ਦੇ ਵਿੱਚ ਇੱਕ ਬਰਲਿਨ ਮਿਊਜ਼ੀਅਮ ਪੈਲੇਸ ਹੈ ਸਮਥਿੰਗ ਲਾਈਕ ਦੈਟ, ਠੀਕ ਹੈ, ਉੱਥੇ ਕੀਤਾ ਗਿਆ। ਤੇ ਇਹਦੀ ਗੱਲ ਕਰੀਏ ਤਾਂ ਜਿਹੜਾ ਰੈਪਲੀਕਾ ਬਣਾਇਆ ਗਿਆ ਸੀ ਤੇ ਇਹ ਇੰਡੀਆ ਤੇ ਜਰਮਨੀ ਦੋਨਾਂ ਨੇ ਮਿਲ ਕੇ ਬਣਾਇਆ ਸੀਗਾ। ਜਿਹੜਾ ਰੈਪਲੀਕਾ ਵੀ ਬਣਾਇਆ ਸੀ ਇੰਡੀਆ ਤੇ ਜਰਮਨੀ ਦੋਨਾਂ ਨੇ ਮਿਲ ਕੇ ਬਣਾਇਆ ਸੀ। Who is the youngest cricketer in the world to score a double century? ਇਹ ਜਿਹਾ ਕਿਹੜਾ ਯੰਗੈਸਟ ਕ੍ਰਿਕਟਰ ਬਣ ਗਿਆ ਇੰਡੀਆ ਦੇ? ਤਾਂ ਆਪਣੇ ਕੋਲ ਕੀ ਆ ਜਾਊਗਾ? ਸ਼ੁਭਮ ਗਿੱਲ ਆ ਜਾਊਗਾ, ਜਿਨ੍ਹਾਂ ਨੇ 208 ਸਕੋਰ ਬਣਾ ਕੇ ਆਊਟ ਹੋ ਗਏ ਸੀ। ਲੇਕਿਨ ਇਹਨਾਂ ਤੋਂ ਪਹਿਲਾਂ ਜਿਹੜੇ ਸੀਗੇ ਉਹ ਕਿਹੜੇ ਸੀ? ਇਸ਼ਾਨ ਕਿਸ਼ਨ ਸੀਗੇ ਜਿਨ੍ਹਾਂ ਨੇ 210 ਬਣਾਏ ਸੀ, ਠੀਕ ਹੈ। ਤਾਂ ਵੈਸੇ ਸ਼ੁਭਮ ਗਿੱਲ ਉਸ ਦਾ ਆਨਸਰ ਕਿੰਨੇ ਸਾਲ ਦਾ ਸੀ? 23 ਸਾਲ ਦੇ ਸੀਗੇ ਨਾ ਇਹ। The world's oldest woman Lucille Random who died recently at the age of 117 belong to which of the following country? ਕਿਹੜੀ ਕੰਟਰੀ ਤੋਂ ਬਿਲੋਂਗ ਕਰਦੇ ਸੀ? ਉਹ ਫਰਾਂਸ ਤੋਂ ਬਿਲੋਂਗ ਕਰਦੇ ਸੀ। ਕਿੱਥੋਂ ਬਿਲੋਂਗ ਕਰਦੇ ਸੀ? ਫਰਾਂਸ ਤੋਂ ਬਿਲੋਂਗ ਕਰਦੇ ਸੀ, ਜਿਨ੍ਹਾਂ ਨੂੰ ਮਤਲਬ ਨਨ ਦਾ ਖਿਤਾਬ ਦਿੱਤਾ, ਮਤਲਬ ਨਨ ਵੀ ਸੀਗੇ ਇਹ। ਹਾਂ, ਲੇਕਿਨ ਅਗਰ ਆਪਾਂ ਓਲਡੈਸਟ ਪਰਸਨ ਦੀ ਗੱਲ ਕਰੀਏ ਤਾਂ ਉਹਨਾਂ ਦੀ ਉਮਰ ਕਿੰਨੀ ਸੀ? 119 ਸਾਲ, ਜਿਹੜੇ ਪਿਛਲੇ ਸਾਲ ਮਰੇ ਸੀ। ਕਿੱਥੋਂ ਦੇ ਰਹਿਣ ਵਾਲੇ ਸੀ? ਉਹ ਜਾਪਾਨ ਦੇ ਰਹਿਣ ਵਾਲੇ ਸੀ। ਉਹਨਾਂ ਦਾ ਨਾਮ ਕੀ ਸੀਗਾ? ਕੈਨ ਤਨਾਕਾ। ਕੀ ਨਾਮ ਸੀ ਉਹਨਾਂ ਦਾ? ਕੈਨ ਤਨਾਕਾ। Who is presiding over 2023 summit of the Shanghai Cooperation 2020? ਦੇ ਆਪਣੇ ਕੋਲ ਕੀ ਆ ਜਾਊਗਾ? ਇੰਡੀਆ। 1 ਸਾਲ ਕੋਲ ਇੰਡੀਆ ਕੋਲ 1 ਸਾਲ ਦੀ ਪ੍ਰੈਜ਼ੀਡੈਂਸੀ ਆਈ ਹੋਈ ਹੈ।
For the first time in the year in 268 year history of the Columbia University, who has been appointed as the female president, ਤਾਂ ਕੌਣ ਅਪਾਇੰਟ ਹੋਏ ਨੇ? ਤਾਂ ਆਪਣੇ ਕੋਲ ਕੀ ਆ ਜਾਏਗਾ? ਮਨੋਏਸ਼ ਸਾਫਿਕ ਇਹ ਅਪਾਇੰਟ ਹੋਏ ਨੇ। who is recently launched the Giving to Amplify Earth Action Initiative to unlock 3 trillion per year, WF ਵਰਲਡ ਇਕਨੋਮਿਕ ਫੋਰਮ ਵੱਲੋਂ ਕੀਤਾ ਗਿਆ ਹੈ, ਜਿਹਦੇ ਵਿੱਚ ਮਤਲਬ ਅਰਥ ਦਾ ਜਿਹੜਾ ਮਤਲਬ ਕੰਟਰੋਲ ਕਰਨਾ ਹੈ, ਉਹ ਇਹਨਾਂ ਦਾ ਟਾਰਗੇਟ ਹੈ 2050 ਤੱਕ। कंट्रोल नहीं करना, रिस्टोर करना, वापस वही कंडीशन में लेके आना। द फर्स्ट रिजेनिक ड्रग पेल्बोसिबिलिक was recently launched by MSN group recently for which type of the cancer, ਕਿਹੜੇ ਕੈਂਸਰ ਲਈ ਕੀਤਾ ਗਿਆ ਸੀ? ਤਾਂ ਇਹ ਬ੍ਰੈਸਟ ਕੈਂਸਰ ਲਈ ਹੈ। which is the first union territory in of the country to complete a shift to e-governance more recently ਕਿਹੜੀ ਹੈ ਜੀ? ਇੰਡੀਆ ਦੀ ਕੰਟਰੀ ਮਤਲਬ ਯੂਟੀ ਬਣ ਚੁੱਕੀ ਹੈ ਜਿਹਨੇ ਸਭ ਤੋਂ ਪਹਿਲਾਂ ਮਤਲਬ ਇੰਡੀਆ ਦੇ ਵਿੱਚ ਈ ਗਵਰਨਿੰਗ ਦੇ ਸ਼ਿਫਟ ਕਰਤਾ। ਤਾਂ ਆਪਣੇ ਕੋਲ ਕੀ ਆ ਜਾਊਗਾ? ਜੰਮੂ ਐਂਡ ਕਸ਼ਮੀਰ। ਕਿਹੜੀ ਬਣ ਚੁੱਕੀ ਹੈ? ਜੰਮੂ ਐਂਡ ਕਸ਼ਮੀਰ। ਚਲੋ ਜੀ, ਦੈਟਸ ਆਲ ਫॉर ਟੁਡੇ। ਅੱਜ ਲਈ ਇੰਨਾ ਬਹੁਤ ਹੈ। ਇਸ ਸੈਸ਼ਨ ਦੀ ਗੱਲ ਕਰੀਏ ਤਾਂ ਇਹ ਸੈਸ਼ਨ ਤੁਹਾਨੂੰ ਹਰ ਐਤਵਾਰ ਦੇਖਣ ਨੂੰ ਮਿਲੂਗਾ 12 ਵਜੇ, ਜਿਹਦੇ ਵਿੱਚ ਆਪਾਂ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਜਿਹੜੇ ਵੀ ਕਰੰਟ ਅਫੇਅਰ ਹੈ ਉਹਨਾਂ ਦੀ ਰਿਵੀਜ਼ਨ ਕਰਾਂਗੇ। ਠੀਕ ਹੈ, ਆਪਾਂ ਆਪਣੀ ਤਿਆਰੀ ਪੂਰੀ ਪੱਕੀ ਕਰਾਂਗੇ। ਚਲੋ ਜੀ, ਦੈਟਸ ਆਲ ਫॉर ਟੁਡੇ। ਟੇਕ ਕੇਅਰ, ਬਾਏ ਬਾਏ, ਸੀ ਯੂ, ਜੈ ਹਿੰਦ।